ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 116 ਤੋਂ ਲੈ ਕੇ 118 ਤੱਕ ਤੇ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਅਮਰਦਾਸ ਜੀ ਦੀ ਅਸ਼ਟਪਦੀਆਂ ਵਾਲੀ ਬਾਣੀ ਰਾਗ ਮਾਝ ਵਿੱਚ ਚੱਲ ਰਹੀ ਹੈ ਜੀ। ਮਾਝ ਮਹੱਲਾ ਤੀਜਾ। ਐਥੇ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚੈ ਸ਼ਬਦ ਰਾਚੇ। ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜਿਉ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜੋ ਇੱਥੇ ਸੱਚ ਦੀ ਕਮਾਈ ਕਰਦੇ ਨੇ, ਫਿਰ ਉਹ ਸੱਚ ਦੀ ਕਮਾਈ ਨਾਲ ਲੈ ਕੇ ਜਾਂਦੇ ਨੇ ਨਾ, ਉਹ ਇੱਥੇ ਵੀ ਸੱਚੇ ਨੇ ਤੇ ਫਿਰ ਉੱਥੇ ਵੀ ਉਹ ਸੱਚੇ ਹੀ ਉੱਭਰ ਕੇ ਆਉਂਦੇ ਨੇ। ਜੋ ਲੋਕ ਵਿੱਚ ਸੱਚੇ ਨੇ ਉਹ ਪਰਲੋਕ ਵਿੱਚ ਵੀ ਸੱਚੇ ਪਛਾਣੇ ਜਾਂਦੇ ਨੇ। ਕਹਿੰਦੇ ਉਹਨਾਂ ਦਾ ਜਿਹੜਾ ਮਨ ਹੁੰਦਾ ਉਹ ਸ਼ਬਦ ਵਿੱਚ ਜੁੜ ਕੇ ਗੁਰੂ ਦੇ ਸੱਚੇ ਪਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਹੈ। ਸੱਚ ਦੀ ਕਮਾਈ ਕਰਦੇ ਨੇ ਤੇ ਹਮੇਸ਼ਾ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਵਿੱਚ ਲੱਗੇ ਰਹਿੰਦੇ ਨੇ। ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ, ਸਦਕੇ ਜਾਵਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ, ਸਿਮਰਨ ਕਰ ਕਰਕੇ, ਉਹਦੀ ਸਿਫਤ ਸਲਾਹ ਕਰ ਕਰਕੇ, ਉਹਦੀ ਪ੍ਰਸੰਨਤਾ ਹਾਸਲ ਕਰਕੇ। ਕਹਿੰਦੇ ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ। ਜੋ ਸੱਚੇ ਦੇ ਗੁਣ ਗਾਉਂਦੇ ਨੇ, ਸੱਚੇ ਦੀ ਸਿਫਤ ਸਲਾਹ ਕਰਦੇ ਨੇ, ਸੱਚੇ ਦੀ ਸੇਵਾ ਕਰਦੇ ਨੇ, ਉਹ ਫਿਰ ਸੱਚੇ ਪਰਮਾਤਮਾ ਦੇ ਵਿੱਚ ਉਹਨਾਂ ਦੀ ਸੁਰਤ ਹਮੇਸ਼ਾ ਲੀਨ ਹੋਈ ਰਹਿੰਦੀ ਆ। ਰਹਾਉ ਪੰਡਤ ਪੜ੍ਹੈ ਸਾਧ ਨਾ ਪਾਵੈ, ਦੂਜੈ ਪਾਏ ਮਾਇਆ ਮਨ ਭਰਮਾਵੈ। ਕਹਿੰਦੇ ਪੰਡਤ ਵੇਦ ਪੜ੍ਹਦੇ ਨੇ, ਸ਼ਾਸਤਰ ਪੜ੍ਹਦੇ ਨੇ, ਸੁਣਾਉਂਦੇ ਵੀ ਨੇ ਦੂਜਿਆਂ ਨੂੰ, ਪਰ ਕਹਿੰਦੇ ਜਿਹੜਾ ਉਹਨਾਂ ਦਾ ਮਨ ਹੈਗਾ ਉਹ ਨਹੀਂ ਭਿੱਜਦਾ, ਉਹ ਮਾਇਆ ਦੇ ਵਿੱਚ ਹੀ ਲੱਗਿਆ ਰਹਿੰਦਾ। ਮਾਇਆ ਮੋਹ ਸਭ ਸੁਧ ਗਵਾਈ, ਕਰ ਅਵਗਣ ਪਛੋਤਾਵਣਿਆ। ਕਹਿੰਦੇ ਉਹਨਾਂ ਦਾ ਜਿਹੜਾ ਕਾਰ ਵਿਹਾਰ ਹੁੰਦਾ ਉਹ ਮਾਇਆ ਤੱਕ ਹੀ ਸੀਮਤ ਹੁੰਦਾ, ਫਿਰ ਕਹਿੰਦੇ ਉਹ ਬਾਅਦ ਦੇ ਵਿੱਚ ਔਗਣ ਕਰਕੇ ਪਛੋਤਾਉਂਦੇ ਨੇ। ਸਤਿਗੁਰ ਮਿਲੇ ਤਾਂ ਤਤ ਪਾਏ, ਹਰਿ ਕਾ ਨਾਮ ਮਨ ਵਸਾਏ। ਕਹਿੰਦੇ ਜੋ ਜੀਵ ਸਤਿਗੁਰ ਦੀ ਸ਼ਰਨ ਆਉਂਦੇ ਨੇ, ਸਤਿਗੁਰ ਨੂੰ ਮਿਲਦੇ ਨੇ, ਉਹ ਫਿਰ ਜੀਵਨ ਦੀ ਅਸਲੀਅਤ ਨੂੰ, ਸਹੀ ਜੀਵਨ ਦਾ ਕੀ ਰਸਤਾ ਉਹਨੂੰ ਸਮਝ ਲੈਂਦੇ ਨੇ, ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾ ਲੈਂਦੇ ਨੇ। ਸ਼ਬਦ ਮਰੈ ਮਨ ਮਾਰੈ, ਆਪਣਾ ਮੁਕਤੀ ਕਾ ਦਰ ਪਾਵਣਿਆ। ਜੋ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਆਪਾ ਭਾਵ ਮਾਰ ਲੈਂਦੇ ਨੇ, ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰ ਲੈਂਦੇ ਨੇ, ਉਹੀ ਫਿਰ ਮੁਕਤੀ ਦਾ ਦਰਵਾਜ਼ਾ ਪਾਉਂਦੇ ਨੇ। ਕਿਲਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰ ਤਾਰੇ। ਕਹਿੰਦੇ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਨੇ, ਇਹਦੇ ਨਾਲ ਫਿਰ ਉਹ ਆਪਣੇ ਪਾਪ, ਆਪਣਾ ਕ੍ਰੋਧ ਸਭ ਕੁਝ ਖਤਮ ਕਰ ਲੈਂਦੇ ਨੇ। ਸੱਚ ਰਤੇ ਸਦਾ ਬੈਰਾਗੀ, ਹਉਮੈ ਮਾਰ ਮਿਲਾਵਣਿਆ। ਕਹਿੰਦੇ ਜੋ ਸੱਚੇ ਪਰਮਾਤਮਾ ਦੇ ਨਾਮ ਵਿੱਚ ਟਿਕੇ ਰਹਿੰਦੇ ਨੇ, ਉਹ ਮਾਇਆ ਵੱਲੋਂ, ਸੰਸਾਰਿਕ ਪਦਾਰਥਾਂ ਵੱਲੋਂ, ਵਿਕਾਰਾਂ ਵੱਲੋਂ ਨਿਰਲੇਪ ਰਹਿੰਦੇ ਨੇ ਤੇ ਉਹ ਆਪਣੇ ਹਉਮੈ ਨੂੰ ਮਾਰ ਕੇ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ।
ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਬਿਦ ਮਨਸਾ ਤ੍ਰਿਬਿਦ ਮਾਇਆ। ਕਹਿੰਦੇ ਜੋ ਸਾਡੇ ਅੰਦਰ ਵਾਹਿਗੁਰੂ ਜੀ ਦਾ ਨਾਮ ਰੂਪੀ ਰਤਨ ਹੈ, ਫਿਰ ਉਹ ਵਾਹਿਗੁਰੂ ਜੀ ਦੇ ਨਾਲ ਮਿਲਾਇਆ ਸਾਨੂੰ ਮਿਲ ਜਾਂਦਾ ਹੈ। ਕਹਿੰਦੇ ਜਿਸ ਤਰ੍ਹਾਂ ਤਿੰਨਾਂ ਰੂਪਾਂ ਦੀ ਹੈਗੇ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ, ਉਸ ਤਰ੍ਹਾਂ ਹੀ ਕਹਿੰਦੇ ਫਿਰ ਜੀਵ ਦੀ ਕਹਿੰਦੇ ਅੰਦਰਲੀ ਮਨਸਾ ਉਹਨਾਂ ਤਿੰਨਾਂ ਗੁਣਾਂ ਦੇ ਆਧਾਰ ਤੇ ਜੀਵ ਦਾ ਸੁਭਾਅ ਬਣ ਜਾਂਦਾ। ਪੜ ਪੜ ਪੰਡਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨ ਪਾਵਣਿਆ। ਕਹਿੰਦੇ ਤਿੰਨਾਂ ਜਿਹੜੀ ਇਹ ਮਾਇਆ ਦੇ ਗੁਣ ਨੇ, ਜੀਵ ਕਹਿੰਦੇ ਇਹਨਾਂ ਮਾਇਆ ਦੇ ਰੂਪ, ਇਹਨਾਂ ਦੇ ਹਿਸਾਬ ਨਾਲ ਹੀ ਜੀਵ ਸੁਭਾਅ ਦੇ ਵਿੱਚ ਵਿਚਰਦੇ ਨੇ। ਕਹਿੰਦੇ ਜਿਹੜੇ ਪੰਡਤ ਨੇ, ਕਹਿੰਦੇ ਹੋਰ ਮੋਨੀ ਲੋਕ ਨੇ, ਉਹ ਵੀ ਕਹਿੰਦੇ ਵੀ ਆਪ ਜਪ ਤਪ ਕਰਕੇ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਥੱਕ ਗਏ ਨੇ ਕਹਿੰਦੇ, ਪਰ ਉਹਨਾਂ ਨੇ ਚੌਥੇ ਨਿਰਵਾਣੀ ਪਦ ਦੀ ਉਹਨਾਂ ਨੂੰ ਵੀ ਸਮਝ ਨਹੀਂ ਪਈ ਹੈਗੀ। ਉਹ ਵੀ ਤਿੰਨੇ ਹੀ ਜਿਹੜੇ ਮਾਇਆ ਦੇ ਹੈਗੇ ਨੇ ਸੁਭਾਅ ਦੇ ਗੁਣ, ਉਹਨਾਂ ਦੇ ਵਿੱਚ ਹੀ ਉਹ ਵੀ ਵਿਚਰਦੇ ਨੇ। ਚੌਥਾ ਪਦ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ। ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ। ਫਿਰ ਕਹਿੰਦੇ ਵਾਹਿਗੁਰੂ ਜੀ ਜਿਹਨੂੰ ਆਪਣੇ ਪ੍ਰੇਮ ਦਾ ਰੰਗ ਚਾੜਦੇ ਨੇ, ਉਸ ਜੀਵ ਨੂੰ ਹੀ ਚੜਦਾ। ਫਿਰ ਉਹ ਜੀਵ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਜਾਂਦੇ ਨੇ। ਹਰ ਰੰਗ ਚੜਿਆ ਅਤ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਕਹਿੰਦੇ ਜੋ ਵਾਹਿਗੁਰੂ ਜੀ ਦੇ ਗੁਣਾਂ ਨੂੰ ਪ੍ਰੇਮ ਦੇ ਵਿੱਚ ਭਿੱਜ ਕੇ ਕਹਿੰਦੇ ਗਾਉਂਦੇ ਨੇ, ਸਿਫਤ ਸਲਾਹ ਕਰਦੇ ਨੇ, ਫਿਰ ਉਹਨਾਂ ਨੂੰ ਵਾਹਿਗੁਰੂ ਜੀ ਦਾ ਰੰਗ ਪ੍ਰੇਮ ਦਾ ਚੜ ਜਾਂਦਾ। ਕਹਿੰਦੇ ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ, ਉਹਨਾਂ ਲਈ ਵਾਹਿਗੁਰੂ ਜੀ ਦਾ ਨਾਮ ਹੀ ਸਾਰੀਆਂ ਰਿੱਧੀਆਂ ਸਿੱਧੀਆਂ, ਸੰਜਮ, ਸਭ ਕੁਝ ਵਾਹਿਗੁਰੂ ਜੀ ਦਾ ਨਾਮ ਹੀ ਉਹਨਾਂ ਲਈ ਹੈਗਾ। ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ, ਕਹਿੰਦੇ ਉਹਨਾਂ ਨੂੰ ਫਿਰ ਵਾਹਿਗੁਰੂ ਜੀ ਦੇ ਨਾਲ ਉਹਨਾਂ ਦੀ ਸਾਂਝ ਹੋ ਜਾਂਦੀ ਆ। ਉਹਨਾਂ ਨੂੰ ਜੀਵਨ ਦੇ ਸਹੀ ਜਿਹੜਾ ਰਸਤਾ ਉਹਦਾ ਗਿਆਨ ਹੋ ਜਾਂਦਾ। ਫਿਰ ਉਹਨਾਂ ਨੂੰ ਵਾਹਿਗੁਰੂ ਜੀ ਦਾ ਨਾਮ ਮਿਲ ਜਾਂਦਾ। ਫਿਰ ਉਹੀ ਮੁਕਤ ਹੁੰਦੇ ਨੇ, ਉਹੀ ਮੁਕਤ ਕਹਾਉਂਦੇ ਨੇ। ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ। ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਸੱਚ ਦੀ ਕਾਰ ਕਮਾਉਂਦੇ ਨੇ, ਸੱਚੇ ਦੇ ਨਾਮ ਦੀ ਸਿਫਤ ਸਲਾਹ ਕਰਦੇ ਨੇ, ਤੇ ਫਿਰ ਸੱਚੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਜਾਤ ਪਾਤ ਸਭ ਆਪੇ। ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ, ਫਿਰ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਕਿ ਪਰਮਾਤਮਾ ਹੀ ਜੀਵ ਨੂੰ ਪੈਦਾ ਕਰਦੇ ਨੇ ਤੇ ਪਰਮਾਤਮਾ ਹੀ ਜੀਵ ਦਾ ਨਾਸ਼ ਕਰਦੇ ਨੇ, ਤੇ ਜੋ ਕੁਝ ਵੀ ਹੋ ਰਿਹਾ ਉਹ ਸਭ ਪਰਮਾਤਮਾ ਹੀ ਕਰ ਰਹੇ ਨੇ ਸ੍ਰਿਸ਼ਟੀ ਦੇ ਵਿੱਚ। ਤੇ ਕਿਸੇ ਦੀ ਉੱਚੀ ਜਾਤ ਪਾਤ ਸ਼ੋਭਾ ਜੋ ਕੁਝ ਵੀ ਹੈ ਉਹ ਮਤਲਬ ਸਭ ਪਰਮਾਤਮਾ ਦੇ ਹੱਥ ਵੱਸ ਹੈ। ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਧਿਆ ਕੇ ਪਰਮਾਤਮਾ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਨੇ, ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਹੋਏ ਰਹਿੰਦੇ ਨੇ। ਮਾਝ ਮਹੱਲਾ ਤੀਜਾ। ਉਤਪਤ ਪਰਲੋ ਸਬਦੇ ਹੋਵੈ, ਸਬਦੇ ਹੀ ਫਿਰ ਓਪਤ ਹੋਵੈ। ਹਾਂਜੀ, ਕਹਿੰਦੇ ਵਾਹਿਗੁਰੂ ਜੀ ਵੱਲੋਂ ਹੀ ਦੁਨੀਆ ਦੇ ਵਿੱਚ ਪਹਿਲਾਂ ਜੀਵਾਂ ਦੀ ਉਤਪਤੀ ਹੁੰਦੀ ਹੈ, ਪੈਦਾ ਕੀਤੇ ਜਾਂਦੇ ਨੇ, ਫਿਰ ਜੀਵਾਂ ਦਾ ਅੰਤ ਕੀਤਾ ਜਾਂਦਾ ਤੇ ਦੁਬਾਰਾ ਫਿਰ ਜੀਵ ਪੈਦਾ ਕੀਤੇ ਜਾਂਦੇ ਨੇ। ਇਹ ਸਭ ਕੁਝ ਵਾਹਿਗੁਰੂ ਜੀ ਵੱਲੋਂ ਹੀ ਕੀਤਾ ਜਾਂਦਾ ਹੈ। ਗੁਰਮੁਖ ਵਰਤੈ ਸਭ ਆਪੇ, ਸੱਚਾ ਗੁਰਮੁਖ ਉਪਾਏ ਸਮਾਵਣਿਆ।
ਜੋ ਗੁਰੂ ਦੇ ਸਨਮੁਖ ਜੀਵ ਰਹਿੰਦੇ ਨੇ ਉਹਨਾਂ ਨੂੰ ਫਿਰ ਵਾਹਿਗੁਰੂ ਜੀ ਦੇ ਨਾਲ ਸਾਂਝ ਪਈ ਕਰਕੇ ਇਸ ਗੱਲ ਦੀ ਸਮਝ ਹੁੰਦੀ ਆ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਹੋ ਰਿਹਾ ਉਹ ਸਭ ਕੁਝ ਵਾਹਿਗੁਰੂ ਜੀ ਹੀ ਵਿਆਪਕ ਹੋ ਕੇ ਕਰਵਾ ਰਹੇ ਨੇ ਤੇ ਵਾਹਿਗੁਰੂ ਹੀ ਜੀਵ ਉਪਾ ਕੇ ਆਪ ਉਹਨਾਂ ਦੇ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਹੇ ਨੇ। ਹਉ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ। ਜਿਹੜੇ ਕਹਿੰਦੇ ਗੁਰੂ ਦੀ ਸਿੱਖਿਆ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਵਾਰੇ ਜਾਵਾਂ। ਗੁਰ ਤੇ ਸਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਓ। ਕਹਿੰਦੇ ਜੀਵ ਗੁਰੂ ਦੇ ਸਨਮੁਖ ਹੋ ਕੇ ਹੀ ਗੁਰੂ ਦੀ ਸ਼ਰਨ ਪੈ ਕੇ ਹੀ ਭਗਤੀ ਕਰਦੇ ਨੇ ਤੇ ਫਿਰ ਉਹਨਾਂ ਨੂੰ ਸ਼ਾਂਤੀ ਮਿਲਦੀ ਆ, ਆਤਮਿਕ ਸ਼ਾਂਤੀ। ਕਹਿੰਦੇ ਦਿਨ ਰਾਤ ਕਹਿੰਦੇ ਫਿਰ ਉਹ ਵਾਹਿਗੁਰੂ ਜੀ ਦੇ ਗੁਣਾਂ ਦਾ ਵਖਿਆਨ ਕਰਦੇ ਨੇ ਤੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰ ਕਰਕੇ ਫਿਰ ਉਹ ਵਾਹਿਗੁਰੂ ਜੀ ਦਾ ਰੂਪ ਹੀ ਹੋ ਜਾਂਦੇ ਨੇ, ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬੈਸੰਤਰ ਖੇਲਿਆ ਵਿਡਾਣੀ। ਹਾਂਜੀ ਸੰਗਤ ਜੀ, ਕਹਿੰਦੇ ਫਿਰ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਲੱਗ ਜਾਂਦੀ ਹੈ ਕਿ ਜੋ ਸਭ ਕੁਝ ਵਾਹਿਗੁਰੂ ਜੀ ਦੀ ਖੇਡ ਇੱਥੇ ਰਚੀ ਹੋਈ ਹੈ ਸੰਸਾਰ ਤੇ, ਧਰਤੀ ਹੈ, ਪਾਣੀ ਆ, ਹਵਾ, ਅੱਗ, ਇਹਨਾਂ ਸਾਰੇ ਹੀ ਚੀਜ਼ਾਂ ਨੂੰ ਤੱਤਾਂ ਨੂੰ ਲੈ ਕੇ ਜੀਵ ਬਣਾਇਆ ਤੇ ਇਹ ਸਾਰੇ ਹੀ ਜਿਹੜੇ ਤੱਤ ਨੇ ਇਹ ਸੰਸਾਰ ਦੇ ਵਿੱਚ ਵਿਆਪਕ ਨੇ। ਸਭ ਕੁਝ ਸਾਡਾ ਇਹਨਾਂ ਤੱਤਾਂ ਤੇ ਨਿਰਭਰ ਕਰਦਾ। ਕਹਿੰਦੇ ਕਿਸ ਤਰ੍ਹਾਂ ਦੀ ਪਰਮਾਤਮਾ ਨੇ ਅਚਰਜ ਖੇਡ ਬਣਾਈ ਹੋਈ ਹੈ ਇਹਨਾਂ ਤੱਤਾਂ ਦੇ ਨਾਲ। ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾਵਣਿਆ। ਕਹਿੰਦੇ ਜੋ ਗੁਰੂ ਨਹੀਂ ਧਾਰਨ ਕਰਦੇ, ਜੋ ਗੁਰੂ ਦੀ ਸ਼ਰਨ ਨਹੀਂ ਆਉਂਦੇ, ਉਹ ਕਹਿੰਦੇ ਜਨਮਦੇ ਨੇ ਮਰਦੇ ਨੇ, ਜੰਮਦੇ ਨੇ ਮਰਦੇ ਨੇ, ਉਹ ਬਸ ਇਸ ਜੰਮਣ ਮਰਨ ਦੇ ਚੱਕਰ ਵਿੱਚ ਹੀ ਪਏ ਰਹਿੰਦੇ ਨੇ। ਤਿੰਨ ਕਰਤੈ ਇੱਕ ਖੇਲ ਰਚਾਇਆ ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ। ਕਹਿੰਦੇ ਉਸ ਪਰਮਾਤਮਾ ਨੇ ਇੱਕ ਬੜਾ ਅਚਰਜ ਜਿਹਾ ਖੇਲ ਰਚਾਇਆ, ਜਿਹੜਾ ਇਹ ਸਾਡਾ ਸਰੀਰ ਆ ਇਹਦੇ ਵਿੱਚ ਹੀ ਸਾਰਾ ਕੁਝ ਪਾਇਆ ਹੋਇਆ। ਦੇਖ ਲਓ, ਇਹ ਪੰਜਾਂ ਤੱਤਾਂ ਦਾ ਤਾਂ ਬਣਿਆ ਹੋਈ ਆਪਾਂ ਸਾਰੇ ਜਾਣਦੇ ਹਾਂ। ਅੱਗ, ਪਾਣੀ, ਹਵਾ, ਧਰਤੀ, ਆਕਾਸ਼, ਇਹ ਸਾਰੇ ਪੰਜ ਤੱਤ ਲੈ ਕੇ ਸਰੀਰ ਬਣਾਇਆ ਹੈ। ਇਹ ਤੱਤ ਸਾਰੇ ਸਰੀਰ ਦੇ ਵਿੱਚ ਨੇ। ਫਿਰ ਅੰਦਰ ਹਉਮੈ ਵੀ ਪਾਈ ਹੋਈ ਆ, ਫਿਰ ਅੰਦਰ ਵਿਕਾਰ ਵੀ ਪਾਏ ਹੋਏ ਨੇ। ਅੰਦਰ ਹੀ ਪਰਮਾਤਮਾ ਨੇ ਆਪਦਾ ਨਾਮ ਰਤਨ ਵੀ ਰੱਖਿਆ ਹੋਇਆ ਲਾਲ, ਤੇ ਪਰਮਾਤਮਾ ਨੇ ਆਪਣੇ ਰਹਿਣ ਦੇ ਲਈ ਮਹਿਲ ਵੀ ਅੰਦਰ ਹੀ ਹਿਰਦੇ ਦੇ ਵਿੱਚ ਬਣਾਇਆ ਹੋਇਆ। ਇਹ ਸਭ ਕੁਝ ਪਰਮਾਤਮਾ ਜੀ ਨੇ ਬੜਾ ਅਚਰਜ ਖੇਡ ਕਰਕੇ ਸਰੀਰ ਵਿੱਚ ਹੀ ਸਭ ਕੁਝ ਪਾਇਆ ਹੋਇਆ। ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ। ਕਹਿੰਦੇ ਫਿਰ ਕੋਈ ਜੀਵ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਇਹ ਵਾਹਿਗੁਰੂ ਦੇ ਭੇਦ ਨੂੰ ਸਮਝਦਾ ਹੋਇਆ ਫਿਰ ਅੰਦਰ ਵਾਹਿਗੁਰੂ ਜੀ ਦੇ ਮਹਿਲ ਤੱਕ ਪਹੁੰਚ ਜਾਂਦਾ। ਫਿਰ ਉਹ ਮਹਿਲ ਵਿੱਚ ਬੈਠਾ ਵਾਹਿਗੁਰੂ ਜੀ ਜੀਵ ਨੂੰ ਮਹਿਲ ਵਿੱਚ ਬੁਲਾ ਲੈਂਦਾ, ਜਿਹਨੂੰ ਕਹਿੰਦੇ ਨਿਜ ਦੇ ਸਰੂਪ ਵਿੱਚ ਟਿਕ ਜਾਣਾ, ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਮਿਲਾਪ ਹੋ ਜਾਣਾ। ਸੱਚਾ ਸਾਹਾ ਸੱਚੇ ਵਣਜਾਰੇ ਸੱਚ ਵਣੰਜੇ ਗੁਰ ਹੇਤ ਅਪਾਰੇ। ਕਹਿੰਦੇ ਉਹ ਪਰਮਾਤਮਾ ਜੀ ਸੱਚਾ ਕਹਿੰਦੇ ਸਾਹਾ ਹੈਗਾ ਤੇ ਅਸੀਂ ਜੀਵ ਉਹਦੇ ਸੱਚੇ ਵਣਜਾਰੇ ਆ, ਸੱਚ ਦਾ ਵਣਜ ਕਰਨ ਲਈ ਆਏ ਹੋਏ ਆ। ਕਰਦੇ ਆ ਜਾਂ ਨਹੀਂ ਕਰਦੇ ਉਹ ਇੱਕ ਗੱਲ ਆ, ਪਰ ਕਰਨ ਲਈ ਸਾਡੇ ਲਈ ਇਹੀ ਹੁਕਮ ਹੈ ਕਿ ਸੱਚ ਦਾ ਵਣਜ ਕਰੀਏ, ਉਹਦੀ ਸਿਫਤ ਸਲਾਹ ਕਰੀਏ। ਸੱਚ ਵਣੰਜੈ ਗੁਰ ਹੇਤ ਅਪਾਰੇ। ਫਿਰ ਕਹਿੰਦੇ ਹੈਗੇ ਨੇ ਜੀਵ ਜਿਹੜੇ ਗੁਰੂ ਦੇ ਪ੍ਰੇਮ ਹਿੱਤ ਹੋ ਕੇ ਕਹਿੰਦੇ ਸੱਚ ਦਾ ਵਣਜ ਕਰਦੇ ਵੀ ਨੇ।
ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਫਿਰ ਕਹਿੰਦੇ ਉਹ ਜਿਹੜੇ ਸੱਚ ਦੇ ਵਪਾਰੀ ਨੇ ਉਹ ਸੱਚ ਦਾ ਹੀ ਵਪਾਰ ਕਰਦੇ ਨੇ, ਉਹਦੇ ਨਾਮ ਦਾ ਹੀ ਵਪਾਰ ਕਰਦੇ ਰਹਿੰਦੇ ਨੇ। ਉਹ ਸੱਚਾ, ਉਹਦਾ ਨਾਮ ਸੱਚਾ, ਉਹਦੀ ਕਮਾਈ ਕਰਦੇ ਨੇ। ਬਿਨ ਰਾਸੀ ਕੋ ਵਥ ਕਿਉਂ ਪਾਏ। ਕਹਿੰਦੇ ਇਹ ਵੀ ਹੈ ਜਿਨ੍ਹਾਂ ਜੀਵਾਂ ਦੇ ਕੋਲ ਸ਼ੁਭ ਗੁਣਾਂ ਦਾ ਸਰਮਾਇਆ ਨਹੀਂ ਹੈਗੇ, ਫਿਰ ਉਹ ਨਾਮ ਵਸਤੂ ਕਿਵੇਂ ਪਾ ਸਕਦੇ ਨੇ। ਸ਼ੁਭ ਗੁਣਾਂ ਦੇ ਸਰਮਾਏ ਦੇ ਨਾਲ ਹੀ ਨਾਮ ਵਸਤੂ ਪ੍ਰਾਪਤ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦੀ ਰਹਿਮਤ ਦੇ ਨਾਲ। ਮਨ ਮੁਖ ਭੂਲੇ ਲੋਕ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਕਹਿੰਦੇ ਸਾਰੀ ਸੰਸਾਰ ਕਹਿੰਦੇ ਆਪਣੇ ਮਨ ਦੇ ਪਿੱਛੇ ਲੱਗਿਆ ਹੋਇਆ, ਭੁੱਲਿਆ ਹੋਇਆ, ਕਹਿੰਦੇ ਬਿਨਾਂ ਰਾਸੀ ਤੋਂ, ਬਿਨਾਂ ਸ਼ੁਭ ਗੁਣਾਂ ਤੋਂ ਫਿਰ ਨਾਮ ਦੀ ਕਮਾਈ ਨਹੀਂ ਕਰ ਸਕਦੇ, ਫਿਰ ਖਾਲੀ ਜਾਂਦੇ ਨੇ ਤੇ ਫਿਰ ਦੁੱਖ ਪਾਉਂਦੇ ਨੇ। ਇੱਕ ਸੱਚ ਵਣੰਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ। ਕਹਿੰਦੇ ਇੱਕ ਵਪਾਰੀ ਨੇ ਜੋ ਸੱਚ ਦਾ ਵਪਾਰ ਕਰਦੇ ਨੇ, ਗੁਰ ਸ਼ਬਦ ਪਿਆਰੇ, ਗੁਰੂ ਦੇ ਸ਼ਬਦ ਨੂੰ ਵੀ ਪਿਆਰ ਕਰਦੇ ਨੇ। ਕਹਿੰਦੇ ਫਿਰ ਉਹ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਰ ਲੈਂਦੇ ਨੇ। ਆਏ ਸੇ ਪਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਉਹ ਫਿਰ ਕਹਿੰਦੇ ਜੋ ਸੱਚ ਦੇ ਨਾਮ ਦਾ ਵਪਾਰ ਕਰਦੇ ਨੇ, ਕਹਿੰਦੇ ਉਹ ਆਪਣੇ ਪ੍ਰੀਤਮ ਨੂੰ ਮਿਲ ਕੇ ਆਤਮਿਕ ਆਨੰਦ ਪਾਉਂਦੇ ਨੇ ਤੇ ਉਹਨਾਂ ਦਾ ਜੀਵਨ ਸਫਲਾ ਹੁੰਦਾ। ਉਹਨਾਂ ਦੀ ਇੱਥੇ ਆਇਆ ਜਿਹੜਾ ਹੈਗਾ ਉਹ ਪ੍ਰਵਾਨ ਚੜ੍ਹਦਾ। ਅੰਤਰ ਵਸਤ ਮੂੜਾ ਬਾਹਰ ਪਾਲੇ, ਮਨਮੁਖ ਅੰਦਰ ਫਿਰੇ ਬੇਤਾਲੇ। ਕਹਿੰਦੇ ਮਨਮੁਖ ਨੇ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨੇ, ਕਹਿੰਦੇ ਉਹ ਕਹਿੰਦੇ ਭੁੱਲਿਆ ਹੋਇਆ ਵਾਂਗੂ, ਜਿਵੇਂ ਕੋਈ ਰਸਤਾ ਭੁੱਲਿਆ ਹੁੰਦਾ ਏਦਾਂ ਕਹਿੰਦੇ ਫਿਰਦੇ ਨੇ। ਕਿਉਂ? ਕਹਿੰਦੇ ਜਿਹੜੀ ਵਸਤੂ ਆ ਉਹ ਅੰਦਰ ਆ, ਭਾਲਣ ਵਾਲੀ ਨਾਮ ਵਸਤੂ, ਉਹ ਕੀ ਭਾਲ ਰਹੇ ਨੇ? ਮਾਇਕ ਪਦਾਰਥ ਬਾਹਰੋਂ। ਜਿੱਥੇ ਵਥ ਹੋਵੇ ਤਿੱਥੋਂ ਕੋਏ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਜਿਹੜੇ ਕਹਿੰਦੇ ਮਨਮੁਖ ਨੇ ਭਰਮ ਵਿੱਚ ਭੁੱਲੇ ਹੋਏ ਨੇ, ਜਿੱਥੇ ਤਾਂ ਹੈ ਅਸਲ ਵਸਤੂ ਨਾਮ ਵਸਤੂ ਉੱਥੋਂ ਤਾਂ ਉਹ ਲੱਭਦੇ ਹੀ ਨਹੀਂ ਹੈਗੇ, ਉਹ ਤਾਂ ਬਾਹਰ ਭਟਕਣਾ 'ਚ ਫਿਰਦੇ ਨੇ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਫਿਰ ਕਹਿੰਦੇ ਵੀ ਜੀਵਾਂ ਦੇ ਵੀ ਕੀ ਬਸ, ਕਹਿੰਦੇ ਵੀ ਜਿਹੜੀ ਇਹ ਨਾਮ ਵਸਤੂ ਆ ਇਹ ਦੇਣ ਦੇ ਲਈ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਰਾਹੀਂ ਪਰਮਾਤਮਾ ਆਪ ਹੀ ਫਿਰ ਜੀਵ ਨੂੰ ਬੁਲਾਉਂਦੇ ਨੇ। ਫਿਰ ਜਦੋਂ ਜੀਵ ਕਹਿੰਦੇ ਕਮਾਈ ਕਰਕੇ ਮਹਿਲ ਤੇ ਪਹੁੰਚਦਾ, ਫਿਰ ਮਹਿਲ ਦੇ ਵਿੱਚ ਵਾਹਿਗੁਰੂ ਜੀ ਉਸ ਨੂੰ ਸਿਰੋਪਾਏ ਦਿੰਦੇ ਨੇ, ਤਾਂ ਫਿਰ ਉਹ ਜੀਵ ਉੱਥੇ ਆਤਮਿਕ ਆਨੰਦ ਪਾਉਂਦਾ। ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਨਾਨਕ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੀ ਵਡਿਆਈ ਮਿਲਦੀ ਆ। ਕਹਿੰਦੇ ਜੀਵ ਰੂਪ ਹੋ ਕੇ, ਜਗਿਆਸੂ ਹੋ ਕੇ, ਜਗਿਆਸੂ ਬਣ ਕੇ, ਜੀਵ ਰੂਪ ਹੋ ਕੇ ਵਾਹਿਗੁਰੂ ਜੀ ਆਪਣਾ ਨਾਮ ਆਪ ਹੀ ਸੁਣ ਸੁਣ ਧਿਆਉਂਦੇ ਨੇ। ਮਾਝ ਮਹੱਲਾ ਤੀਜਾ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਵੀ ਸਤਿਗੁਰ ਜੀ ਨੇ ਸਾਨੂੰ ਸੱਚੀ ਸਿੱਖਿਆ ਦਿੱਤੀ ਆ। ਕਹਿੰਦੇ ਵੀ ਉਸ ਹਰੀ ਨੂੰ ਚੇਤੇ ਰੱਖੋ, ਹਰੀ ਦਾ ਸਿਮਰਨ ਕਰੋ ਜੋ ਅੰਤ ਦੇ ਵਿੱਚ ਸਹਾਈ ਹੁੰਦਾ, ਸਖਾ ਬਣਦਾ। ਹਰ ਅਗੰਮ ਅਗੋਚਰ ਅਨਾਥ ਅਜੋਨੀ, ਸਤਿਗੁਰ ਕੈ ਪਾਏ ਪਾਵਣਿਆ। ਕਹਿੰਦੇ ਸਤਿਗੁਰ ਨੂੰ ਪ੍ਰੇਮ ਕਰਕੇ ਤੇ ਸਤਿਗੁਰ ਦੇ ਪ੍ਰੇਮ ਦਾ ਪਾਤਰ ਬਣ ਕੇ ਹੀ ਉਸ
ਪਰਮਾਤਮਾ ਨੂੰ ਪਾਇਆ ਜਾ ਸਕਦਾ ਜੋ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ। ਜਿੱਥੇ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਪਰਮਾਤਮਾ ਤੱਕ ਨਹੀਂ ਹੋ ਸਕਦੀ, ਉਹ ਪਰਮਾਤਮਾ ਜਿਹਦਾ ਕੋਈ ਮਾਲਕ ਨਹੀਂ, ਉਹ ਪਰਮਾਤਮਾ ਜੋ ਜੂਨਾਂ ਵਿੱਚ ਨਹੀਂ ਪੈਂਦੇ। ਹਉ ਵਾਰੀ ਜੀਓ ਵਾਰੀ ਆਪ ਨਿਵਾਰਣਿਆ। ਵਾਹਿਗੁਰੂ ਜੀ ਕਹਿੰਦੇ ਮੈਂ ਵਾਰੇ ਵਾਰੇ ਜਾਵਾਂ, ਬਲਿਹਾਰ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਆਪਣੇ ਵਿੱਚੋਂ ਆਪਾ ਭਾਵ ਖਤਮ ਕਰ ਲਿਆ, ਆਪਣਾ ਹਉਮੈ ਖਤਮ ਕਰ ਲਿਆ। ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ ਰਹਾਓ। ਕਹਿੰਦੇ ਜੋ ਜੀਵ ਆਪਾ ਗਵਾ ਲੈਂਦੇ ਨੇ ਫੇਰ ਹੀ ਉਹ ਕਹਿੰਦੇ ਹਰੀ ਨੂੰ ਪਾ ਸਕਦੇ ਨੇ। ਆਪ ਗਵਾਏ ਤਾਂ ਸਹੁ ਪਾਏ, ਫਿਰ ਕਹਿੰਦੇ ਉਹ ਹਰੀ ਦੇ ਵਿੱਚ ਲੀਨ ਰਹਿੰਦੇ ਨੇ, ਆਤਮਿਕ ਅਡੋਲਤਾ ਦੇ ਵਿੱਚ ਲੀਨ ਰਹਿੰਦੇ ਨੇ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਫਿਰ ਕਹਿੰਦੇ ਜੋ ਜੀਵ ਨੇ, ਜਿਹੜੇ ਉਹਨਾਂ ਦੇ ਪੂਰਵਲੇ ਸੰਸਕਾਰ ਨੇ, ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਮਸਤਕ ਤੇ ਲੇਖ ਲਿਖੇ ਨੇ, ਫਿਰ ਉਹਦੇ ਅਨੁਸਾਰ ਹੀ ਉਹ ਇਸ ਜੀਵਨ ਵਿੱਚ ਵੀ ਕਰਮ ਕਮਾਉਂਦੇ ਨੇ। ਜੋ ਸਤਿਗੁਰ ਦੀ ਸੇਵਾ ਕਰਦੇ ਨੇ ਉਹ ਸਦਾ ਹੀ ਸੁਖ ਪਾਉਂਦੇ ਨੇ। ਬਿਨ ਭਾਗਾਂ ਗੁਰ ਪਾਈਐ ਨਾਹੀਂ, ਸਬਦੈ ਮੇਲ ਮਿਲਾਵਣਿਆ। ਫਿਰ ਕਹਿੰਦੇ ਵੀ ਬਿਨਾਂ ਭਾਗਾਂ ਤੋਂ ਗੁਰੂ ਪਾ ਨਹੀਂ ਹੁੰਦਾ। ਜਦੋਂ ਗੁਰੂ ਨਹੀਂ ਪਾ ਹੁੰਦਾ ਫਿਰ ਉਹਦੇ ਸ਼ਬਦ ਦੇ ਰਾਹੀਂ ਵਾਹਿਗੁਰੂ ਜੀ ਨਾਲ ਮੇਲ ਵੀ ਨਹੀਂ ਹੁੰਦਾ। ਜਦੋਂ ਗੁਰੂ ਮਿਲ ਜਾਂਦੇ ਨੇ ਪੂਰੇ ਕਿਸਮਤ ਦੇ ਨਾਲ, ਫਿਰ ਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਮੇਲ ਹੋ ਜਾਂਦਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਐ ਨਾਮ ਆਧਾਰੇ। ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਗੁਰੂ ਦਾ ਹੀ ਆਸਰਾ ਹੁੰਦਾ, ਉਹਨਾਂ ਨੂੰ ਵਾਹਿਗੁਰੂ ਜੀ ਦੇ ਨਾਮ ਦਾ ਹੀ ਸਹਾਰਾ ਹੁੰਦਾ। ਉਹ ਸੰਸਾਰ ਦੇ ਵਿੱਚ ਮਾਇਆ ਤੋਂ ਅਲੇਪ ਰਹਿੰਦੇ ਨੇ। ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖਪ ਦੁਖ ਪਾਵਣਿਆ। ਕਹਿੰਦੇ ਜੇ ਕੋਈ ਹੋਰ ਮਨਮੁਖ ਗੁਰੂ ਦੇ ਸਨਮੁਖ ਰਹਿਣ ਵਾਲੇ ਤੇ ਦਬਾਅ ਪਾਉਣਾ ਚਾਹੇ, ਕਹਿੰਦੇ ਉਹ ਦਬਾਅ ਪੈ ਨਹੀਂ ਸਕਦਾ। ਦਬਾਅ ਪਾਉਣ ਵਾਲਾ ਆਪ ਹੀ ਕਹਿੰਦੇ ਖੁਆਰ ਹੁੰਦਾ, ਦੁਖੀ ਹੁੰਦਾ। ਮਨਮੁਖ ਅੰਧੇ ਸੁਧ ਨ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਕਹਿੰਦੇ ਜੋ ਮਨ ਦੇ ਪਿੱਛੇ ਚੱਲਣ ਵਾਲੇ ਨੇ, ਕਹਿੰਦੇ ਉਹ ਮਾਇਆ ਦੇ ਵਿੱਚ ਅੰਨੇ ਹੁੰਦੇ ਨੇ। ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਪਤਾ ਨਹੀਂ ਹੁੰਦਾ। ਉਹ ਸਗੋਂ ਤੇ ਆਪਣੇ ਲਈ, ਆਪਦੇ ਆਪ ਲਈ ਆਤਮਿਕ ਮੌਤ ਲਿਆਉਂਦੇ ਨੇ। ਤੇ ਕਹਿੰਦੇ ਜਗਤ ਦੇ ਲਈ ਵੀ ਉਹ ਕੋਈ ਚੰਗੇ ਨਹੀਂ ਹੁੰਦੇ, ਜਿਵੇਂ ਜਗਤ ਨੂੰ ਮਾਰਨ ਦਾ ਕੰਮ ਕਰਦੇ ਨੇ। ਜਗਤ ਦੇ ਵਿੱਚ ਜਿੱਦਾਂ ਕਸਾਈ ਵਾਂਗੂ ਹੁੰਦੇ ਨੇ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਣਿਆ। ਬਹੁਤ ਹੀ ਪਿਆਰੀ ਗੱਲ ਕੀਤੀ ਹੈ ਇੱਥੇ ਪਾਤਸ਼ਾਹ ਨੇ। ਕਹਿੰਦੇ ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ। ਜੇ ਕਹਿੰਦੇ ਇੱਕ ਜੀਵ ਦੂਜੇ ਜੀਵ ਦੀ ਨਿੰਦਿਆ ਕਰਦਾ, ਫਿਰ ਕਹਿੰਦੇ ਪਤਾ ਉਹ ਕੀ ਕਰ ਰਿਹਾ ਹੁੰਦਾ? ਉਹ ਕਹਿੰਦੇ ਨਿੰਦਿਆ ਕਰਨ ਵਾਲੇ ਦਾ ਉਹ ਭਾਰ ਆਪਦੇ ਸਿਰ ਤੇ ਚੁੱਕ ਰਿਹਾ ਹੁੰਦਾ, ਤੇ ਬਿਨਾਂ ਤਨਖਾਹ ਲਿਆ ਇਹ ਭਾਰ ਉਹਨੇ ਆਪਣੇ ਸਿਰ ਤੇ ਚੁੱਕ ਕੇ ਦਰਗਾਹ 'ਚ ਪਹੁੰਚਾਉਣਾ। ਜਿਹਦੇ ਕਹਿੰਦੇ ਵੀ ਨਿੰਦਾ ਜਿਹੜਾ ਕਰਨ ਵਾਲਾ, ਉਹ ਜਿਹਦੀ ਨਿੰਦਾ ਕਰਦਾ ਉਹਦਾ ਭਾਰ ਪਾਪਾਂ ਦਾ ਬਿਨਾਂ ਕੁਛ ਲਿਆ ਮਜੂਰੀ, ਬਿਨਾਂ ਤਨਖਾਹ ਲਿਆ ਦਰਗਾਹ ਦੇ ਵਿੱਚ ਉਹਦਾ ਭਾਰ ਆਪ ਚੁੱਕ ਕੇ ਚੜ੍ਹਦਾ। ਇਹ ਇਦਾਂ ਦੀ ਗੱਲ ਕੀਤੀ ਆ ਪਾਤਸ਼ਾਹ ਨੇ। ਨਿੰਦਾ ਕਰਨੀ ਇੰਨੀ ਮਾੜੀ ਆ। ਗੁਰਬਾਣੀ 'ਚ ਵੀ ਆਉਂਦਾ ਇੱਕ ਜਗ੍ਹਾ ਤੇ, ਮੈਨੂੰ ਹੁਣ ਇਦਾਂ ਯਾਦ ਨਹੀਂ ਕਿ ਕਿਸ ਅੰਗ ਤੇ ਤੁਕ ਹੈਗੀ ਆ,
ਕਿ ਹਉਮੈ ਬਾਰੇ ਤਾਂ ਆਉਂਦਾ ਨਾ ਕਿ ਵੀ ਜਿਹੜਾ ਹਉਮੈ ਆ, ਹਉਮੈ ਦੀਰਘ ਰੋਗ ਹੈ, दारू ਵੀ ਇਸ ਮਾਹੇ। ਜਿਹੜਾ ਹਉਮੈ ਆ ਕਹਿੰਦੇ ਇਹਦਾ ਇਲਾਜ ਹੈ। ਉਹ ਇਲਾਜ ਕੀ ਆ ਕਿ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨ ਦੇ ਨਾਲ ਹਉਮੈ ਸਾਡੀ ਖਤਮ ਹੋ ਜਾਂਦੀ ਆ। ਪਰ ਜਿਹੜਾ ਨਿੰਦਾ ਨਾ, ਨਿੰਦਾ ਕਹਿੰਦੇ ਲਾ ਇਲਾਜ ਰੋਗ ਆ, ਇਹਦਾ ਕੋਈ ਇਲਾਜ ਨਹੀਂਗਾ, ਇਹਦਾ ਭਾਰ ਚੜ੍ਹਦਾ ਹੀ ਚੜ੍ਹਦਾ ਤੇ ਦਰਗਾਹ ਵਿੱਚ ਲਿਜਾਣਾ ਪੈਣਾ। ਇਸ ਲਈ ਕਹਿੰਦੇ ਨੇ ਵੀ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਗਧ ਕਰਨ। ਨਿੰਦਾ ਤੇ ਬਹੁਤ ਜ਼ਿਆਦਾ ਮਾੜੀ ਆ। ਵਾਹਿਗੁਰੂ ਜੀ ਵਾਹਿਗੁਰੂ। ਇਹ ਜਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀਂ ਖਾਲੀ। ਕਹਿੰਦੇ ਇਹ ਜਿਹੜਾ ਜਗਤ ਆ, ਇਹ ਕਹਿੰਦੇ ਵਾਹਿਗੁਰੂ ਜੀ ਦੇ ਮਾਲੀ ਦਾ ਬਗੀਚਾ। ਕਹਿੰਦੇ ਇਸ ਬਗੀਚੇ ਦੇ ਕਹਿੰਦੇ ਹਰ ਇੱਕ ਫੁੱਲ ਦੀ ਵਾਹਿਗੁਰੂ ਜੀ ਸੰਭਾਲ ਕਰਦੇ ਨੇ, ਕੋਈ ਖਾਲੀ ਨਹੀਂ ਹੈਗਾ ਸੰਭਾਲ ਤੋਂ ਬਿਨਾਂ। जेही वासना पाए तेही वरतै, वासु वास जनावणिया। ਕਹਿੰਦੇ ਜਿਸ ਵੀ ਫੁੱਲ ਵਿੱਚ, ਫੁੱਲ ਕਹਿ ਰਹੇ ਨੇ ਜੀਵ ਨੂੰ, ਜਿਸ ਵੀ ਜੀਵ ਦੇ ਵਿੱਚ ਵਾਹਿਗੁਰੂ ਜੀ ਨੇ ਜਿਵੇਂ ਦੀ ਵੀ ਸੁਗੰਧੀ ਪਾਈ ਆ, ਉਵੇਂ ਦੀ ਸੁਗੰਧੀ ਉਹ ਵੰਡਦਾ। ਕਿਸ ਜੀਵ ਨੂੰ ਮਨਮੁਖ ਬਣਾਇਆ, ਕਿਸ ਨੂੰ ਗੁਰਮੁਖ ਬਣਾਇਆ, ਉਹ ਜੀ ਸੁਗੰਧੀ ਫਿਰ ਜੀਵ ਵੰਡ ਰਿਹਾ। ਪਰ ਇਹ ਜਿਹੜੀ ਸੁਗੰਧੀ ਆ ਪਾਈ ਵਾਹਿਗੁਰੂ ਜੀ ਵੱਲੋਂ ਹੋਈ ਆ ਹਰ ਇੱਕ ਜੀਵ ਦੇ ਵਿੱਚ। ਮਾਲੀ ਜੋ ਹੋਇਆ ਇਸ ਜਗਤ ਦਾ, ਇਸ ਜਗਤ ਰੂਪੀ ਬਗੀਚੀ ਦਾ ਮਾਲੀ। ਮਨ ਮੁਖ ਰੋਗੀ ਹੈ ਸੰਸਾਰਾ, ਸੁਖ ਦਾਤਾ ਵਿਸਰਿਆ ਅਗਮ ਅਪਾਰਾ। ਕਹਿੰਦੇ ਜਿਹੜਾ ਮਨਮੁਖ ਆ ਨਾ, ਉਹ ਸੰਸਾਰ ਦੇ ਵਿੱਚ ਇੱਕ ਰੋਗੀ ਦੀ ਤਰ੍ਹਾਂ। ਰੋਗੀ ਕਹਿੰਦੇ ਕਿਉਂ ਹੋ ਗਿਆ? ਕਿਉਂ? ਉਹਨੂੰ ਸੁੱਖਾਂ ਦਾ ਦਾਤਾ ਵਾਹਿਗੁਰੂ ਜੀ ਜੋ ਅਪਹੁੰਚ ਹੈ, ਅਪਾਰ ਹੈ, ਉਹ ਵਿਸਰ ਗਿਆ, ਤਾਂ ਕਰਕੇ ਉਹ ਰੋਗੀ ਬਣ ਗਿਆ। ਦੁਖੀਐ ਨਿਤ ਫਿਰੈ ਬਿਲ ਲਾਂਦੇ, ਬਿਨ ਗੁਰ ਸਾਤ ਨ ਪਾਵਣਿਆ। ਕਹਿੰਦੇ ਜੋ ਮਨਮੁਖ ਆ, ਫਿਰ ਉਹ ਉਸ ਰੋਗ ਦੇ ਨਾਲ ਹਰ ਰੋਜ਼ ਕਹਿੰਦੇ ਦੁਖੀ ਰਹਿੰਦੇ ਨੇ, ਤੇ ਗੁਰੂ ਤੋਂ ਬਿਨਾਂ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਫਿਰ ਕਹਿੰਦੇ ਵੀ ਜੀਵਾਂ ਦੇ ਵੀ ਕੋਈ ਬਸ ਨਹੀਂ। ਜਿਹੜੇ ਵਾਹਿਗੁਰੂ ਜੀ ਨੇ ਇਹ ਬਣਾਏ ਨੇ ਜੀਵ, ਇਹਨਾਂ ਦੇ ਰੋਗ ਦਾ ਇਲਾਜ ਵੀ ਵਾਹਿਗੁਰੂ ਜੀ ਨੂੰ ਹੀ ਪਤਾ। ਤੇ ਕਹਿੰਦੇ ਜੇ ਵਾਹਿਗੁਰੂ ਜੀ ਜਿਹਦੇ ਤੇ ਬਖਸ਼ਿਸ਼ ਕਰਦੇ ਨੇ ਨਾ ਜੀਵ ਤੇ, ਫਿਰ ਉਹੀ ਜੀਵ ਵਾਹਿਗੁਰੂ ਜੀ ਦਾ ਹੁਕਮ ਪਛਾਣਦਾ। ਵਾਹਿਗੁਰੂ ਜੀ ਦਾ ਹੁਕਮ ਕਿਹੜਾ ਪਛਾਣਨਾ? ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦਾ। ਇਸ ਹੁਕਮ ਬਾਰੇ ਵੀਰ ਹਰਸਿਮਰਨ ਸਿੰਘ ਜੀ ਹੋਣਾ ਨੇ ਦੱਸਿਆ ਸੀ। ਕਈ ਦਿਨ ਹੋ ਗਏ ਉਹਨਾਂ ਨੇ ਸੰਗਤ ਵਿੱਚ ਵਿਚਾਰ ਕੀਤੀ ਸੀ ਕਿ ਹੁਕਮ ਪਛਾਣਨਾ ਹੈ ਕਿ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ। ਜੇਹਾ ਅੰਦਰ ਪਾਏ ਤੇਹਾ ਵਰਤੈ, ਆਪੇ ਬਾਹਰ ਪਾਵਣਿਆ। ਕਹਿੰਦੇ ਜਿਸ ਤਰ੍ਹਾਂ ਦਾ ਅੰਦਰੋਂ ਵਾਹਿਗੁਰੂ ਜੀ ਨੇ ਕਿਸੇ ਜੀਵ ਨੂੰ ਬਣਾਇਆ, ਜਿਵੇਂ ਦੇ ਗੁਣ ਔਗਣ ਵਾਹਿਗੁਰੂ ਜੀ ਵੱਲੋਂ ਕਿਸੇ ਜੀਵ ਵਿੱਚ ਪਾਏ ਗਏ ਨੇ, ਜੀਵ ਦਾ ਉਸ ਤਰ੍ਹਾਂ ਦਾ ਹੀ ਵਰਤਾਵ ਹੈ। ਤੇ ਜੀਵ ਨੂੰ ਬਾਹਰ ਮੁਖੀ ਹੋਣਾ ਵੀ ਵਾਹਿਗੁਰੂ ਜੀ ਨੇ ਹੀ ਬਣਾਇਆ। ਅੰਦਰ ਮੁਖੀ ਹੋ ਜਾਣਾ, ਗੁਰਮੁਖ ਹੋ ਜਾਣਾ, ਵਾਹਿਗੁਰੂ ਜੀ ਨੂੰ ਪਾ ਲੈਣਾ। ਬਾਹਰ ਮੁਖੀ ਹੋ ਜਾਣਾ, ਮਨਮੁਖ ਹੋਣਾ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ। ਕਹਿੰਦੇ ਉਸ ਸੱਚੇ ਪਰਮਾਤਮਾ ਤੋਂ ਬਿਨਾਂ ਜੀਵ ਦਾ ਇਲਾਜ ਕਰਨ ਵਾਲਾ ਹੋਰ ਨਹੀਂ ਕੋਈ, ਜੋ ਜੀਵ ਨੂੰ ਸੱਚੇ ਰਾਹ ਤੇ ਪਾ ਸਕੇ। ਕਹਿੰਦੇ ਜਿਸ ਨੂੰ ਜੀਵ ਨੂੰ ਪਰਮਾਤਮਾ ਆਪਦੇ ਨਾਮ ਦੇ ਨਾਲ ਲਾ ਲਵੇ, ਉਹੀ ਜੀਵ ਫਿਰ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਨਾਨਕ ਨਾਮ ਵਸੈ ਕਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਨਾਨਕ ਜੀ ਕਹਿੰਦੇ ਨੇ ਹਰ ਇੱਕ ਜੀਵ ਦੇ ਵਿੱਚ ਅੰਦਰ ਵਾਹਿਗੁਰੂ ਜੀ ਦਾ ਨਾਮ ਵਸਦਾ।
ਪਰ ਗੁਪਤ ਹੈ, ਲੁਕਿਆ ਹੈ। ਜਿਸ ਨੂੰ ਕਹਿੰਦੇ ਉਹ ਜਿੱਥੇ ਪ੍ਰਗਟ ਕਰੇ, ਜਿਸ ਨੂੰ ਦੇਵੇ ਇਹ ਦਾਤ, ਜਿਸ ਨੂੰ ਦਿਖਾਵੇ ਇਹ ਦਾਤ, ਉਸ ਜੀਵ ਨੂੰ ਹੀ ਇਹ ਦਾਤ ਮਿਲਦੀ ਆ। ਇਹ ਸਭ ਦਾਤਾਂ ਉਸ ਵਾਹਿਗੁਰੂ ਜੀ ਦੇ ਹੱਥ ਨੇ। ਉਸ ਵਾਹਿਗੁਰੂ ਜੀ ਤੱਕ ਪਹੁੰਚਣ ਲਈ ਫਿਰ ਗੁਰੂ ਦੀ ਸ਼ਰਨ ਪਈਏ, ਗੁਰੂ ਦੀ ਸੇਵਾ ਭਗਤੀ ਕਰੀਏ, ਗੁਰੂ ਦੀ ਦੱਸੀ ਕਾਰ ਤੇ ਚੱਲੀਏ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰੀਏ। ਸਿਫਤ ਸਲਾਹ ਕਰਨ ਦੇ ਨਾਲ ਸਾਡੇ ਅੰਦਰ ਵਾਹਿਗੁਰੂ ਜੀ ਦੇ ਗੁਣ ਵਸਣ, ਗੁਣਾਂ ਦੇ ਨਾਲ ਸਾਡੇ ਕੋਲ ਸਰਮਾਇਆ ਇਕੱਠਾ ਹੋਵੇ ਨਾਮ ਵਸਤੂ ਨੂੰ ਖਰੀਦਣ ਦਾ। ਹਾਂਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ, ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਹੋਈਆਂ ਗਲਤੀਆਂ, ਭੁੱਲਾਂ ਚੁੱਕਾਂ ਮਾਫ ਕਰ ਦਿਓ ਸਤਿਗੁਰੂ ਜੀ। ਬਖਸ਼ ਦਿਓ ਆਪ ਦੀ ਅਣਜਾਣ ਬੱਚੀ ਨੂੰ, ਅੱਗੇ ਤੋਂ ਸਮੱਤ ਦਿਓ ਜੀ। ਸੰਗਤ ਜੀ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਗਲਤੀਆਂ, ਭੁੱਲਾਂ ਚੁੱਕਾਂ ਮਾਫ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।